ਧਰਤੀ ਵੀ ਭਾਗਾਂ ਵਾਲੀ ਹੈ। ਗਰੀਬ ਨਵਾਜ ਸਾਹਿਬ ਚੌਥੇ ਪਾਤਸ਼ਾਹ ਦੇ ਵਚਨ ਹਨ। ਸਾ ਧਰਤੀ ਭਾਈ ਹਰੀ ਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਾਈ ਹਰੀ ਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ। ਗਰੀਬ ਨਵਾਜ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਰਾਏ ਭੋਏ ਦੀ ਤਲਵੰਡੀ ਵਿੱਚ ਪ੍ਰਕਾਸ਼ ਧਾਰਿਆ। ਜੋ ਰਾਏ ਭੋਏ ਦੀ ਤਲਵੰਡੀ ਹੈ, ਜਿਸ ਦਾ ਜ਼ਿਕਰ ਦਾਸ ਤੋਂ ਪਹਿਲਾਂ ਭਾਈ ਜਸਪਾਲ ਸਿੰਘ ਜੀ, ਭਾਈ ਨਿਸ਼ਾਨ ਸਿੰਘ ਜੀ ਪਣਗੋਟਾ, ਤਿੰਨਾਂ ਦਾ ਜਥਾ ਗੁਰੂ ਕਾ ਇਤਿਹਾਸ ਗੁਰੂ ਕੀਆਂ ਸੰਗਤਾਂ ਦੇ ਨਾਲ ਸਾਂਝਾ ਕਰਕੇ ਗਿਆ। ਗਰੀਬ ਨਵਾਜ ਸਾਹਿਬ ਜੀ ਰਾਏ ਭੋਏ ਦੀ ਤਲਵੰਡੀ ਵਿੱਚ ਪ੍ਰਗਟ ਹੋਏ। ਔਰ ਇਹ ਜੋ ਰਾਏ ਭੋਏ ਦੀ ਤਲਵੰਡੀ ਨਗਰ ਹੈ, ਜਿਸ ਨੂੰ ਅੱਜ ਕੱਲ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਨਾਲ ਆਪਾਂ ਜਾਣਦੇ ਹਾਂ, ਇਹ ਰਾਏ ਬੁਲਾਰ ਦੇ ਪਿਤਾ ਜੀ ਦਾ ਨਾਮ ਸੀ ਰਾਏ ਭੋਏ। ਜਦੋਂ ਗੁਰੂ ਜੀ ਨੇ ਪ੍ਰਕਾਸ਼ ਧਾਰਿਆ, ਉਸ ਵੇਲੇ ਉੱਥੇ ਹਾਕਮ ਸੀ ਰਾਏ ਬੁਲਾਰ, ਤੇ ਗੁਰੂ ਜੀ ਦੇ ਪਿਤਾ ਜੀ ਦੇ ਨਾਲ ਇੰਨਾ ਪਿਆਰ ਸੀ, ਸਕੇ ਭਰਾ ਜਿੰਨਾ ਪਿਆਰ। ਭਾਵੇਂ ਰਾਏ ਬੁਲਾਰ ਦੇ ਪਾਸ ਮਹਾਰਾਜ ਦੇ ਪਿਤਾ ਜੀ ਪਟਵਾਰੀ ਦੀ ਨੌਕਰੀ ਕਰਦੇ ਸਨ। ਇਤਿਹਾਸ ਵਿੱਚ ਬਚਨ ਹੈ, ਤਲਵੰਡੀ ਮਹਿ ਰਾਏ ਬੁਲਾਰੂ, ਸੋਦਰ ਸਮ ਕਾਲੂ ਸੰਗ ਪਿਆਰੂ। ਕਿ ਤਲਵੰਡੀ ਦੇ ਵਿੱਚ ਰਾਏ ਬੁਲਾਰ ਹਾਕਮ ਹੈ, ਤੇ ਉਸ ਦਾ ਮਹਾਰਾਜ ਜੀ ਦੇ ਪਿਤਾ ਜੀ ਦੇ ਨਾਲ ਇੰਨਾ ਪਿਆਰ ਹੈ, ਸੋਦਰ ਸਮ ਸਕੇ ਭਰਾ ਜਿੰਨਾ। ਜਿੰਨਾ ਭਰਾ ਭਰਾ ਦਾ ਪਿਆਰ ਹੁੰਦਾ ਏ, ਇੰਨਾ ਰਾਏ ਬੁਲਾਰ ਦਾ ਮਹਾਰਾਜ ਸਾਹਿਬ ਜੀ ਦੇ ਨਾਲ, ਮਹਾਰਾਜ ਦੇ ਪਿਤਾ ਜੀ ਦੇ ਨਾਲ ਪਿਆਰ ਹੈ। ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਸਭ ਕੀ ਦਈ ਕਾਰ ਪਟਵਾਰੀ। ਤੇ ਜਿੰਨੇ ਨਗਰਾਂ ਦਾ ਅਧਿਕਾਰੀ ਸੀ ਨਾ ਰਾਏ ਬੁਲਾਰ ਭੱਟੀ, ਉਸਨੇ ਉਹਨਾਂ ਸਾਰੇ ਨਗਰਾਂ ਦੀ ਪਟਵਾਰੀ ਦੀ ਕਾਰ ਮਹਿਤਾ ਕਲਿਆਣ ਚੰਦ ਜੀ ਨੂੰ ਦਿੱਤੀ ਹੋਈ ਸੀ। ਮਹਾਰਾਜ ਦੇ ਪਿਤਾ ਜੀ ਪਟਵਾਰੀ ਦੀ ਨੌਕਰੀ ਕਰਦੇ ਸਨ, ਤੇ ਉਸ ਇਲਾਕੇ ਨੂੰ ਬਾਰ ਦਾ ਇਲਾਕਾ ਕਿਹਾ ਜਾਂਦਾ। ਜਿਵੇਂ ਐਸੇ ਇਲਾਕੇ ਨੂੰ ਸੁਲਤਾਨਪੁਰ ਲੋਧੀ ਦੇ ਇਲਾਕੇ ਨੂੰ ਇਹ ਦੁਆਬੇ ਦਾ ਇਲਾਕਾ ਕਿਹਾ ਜਾਂਦਾ ਹੈ। ਆਬ ਨਾਮ ਦਰਿਆ ਦਾ ਹੁੰਦਾ ਹੈ, ਦੋ ਆਬ, ਦੋਵਾਂ ਪਾਣੀਆਂ ਦੀ ਧਰਤੀ, ਤੇ ਪੰਜ ਆਬ, ਪੰਜਾਂ ਦਰਿਆਵਾਂ ਦੀ ਧਰਤੀ, ਪੰਜਾਂ ਪਾਣੀਆਂ ਦੀ ਧਰਤੀ ਨੂੰ ਪੰਜਾਬ ਕਿਹਾ ਜਾਂਦਾ ਹੈ। ਹੁਣ ਤਾਂ ਇਹ ਦਰਿਆ ਵੀ ਵੰਡੇ ਗਏ ਤੇ ਇਲਾਕੇ ਵੀ ਵੰਡੇ ਗਏ। ਤਲਵੰਡੀ ਮਹਿ ਰਾਏ ਬੁਲਾਰੂ, ਸੋਦਰ ਸਮ ਕਾਲੂ ਸੰਗ ਪਿਆਰੂ। ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਸਭ ਕੀ ਦਈ ਕਾਰ ਪਟਵਾਰੀ। ਉਸ ਬਾਰ ਦੇ ਇਲਾਕੇ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪ੍ਰਗਟ ਹੋਏ, ਤੇ ਜਿਸ ਖਾਨਦਾਨ ਦੇ ਵਿੱਚ ਪ੍ਰਗਟ ਹੋਏ ਆ, ਉਸ ਖਾਨਦਾਨ ਨੂੰ ਬੇਦੀਆਂ ਦਾ ਖਾਨਦਾਨ ਕਿਹਾ ਜਾਂਦਾ। ਬੇਦੀ ਪਰਿਵਾਰ।
ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਿੱਤਰ ਨਾਟਕ ਬਾਣੀ ਦੇ 5ਵੇਂ ਅਧਿਆਏ ਵਿੱਚ ਆਖਿਆ, ਤਿੰਨ ਬੇਦੀਆਂ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ, ਜਹ ਤਹ ਭਏ ਸਹਾਏ। ਮਹਾਰਾਜ ਨੇ ਪਿੱਛੇ ਬੜਾ ਜ਼ਿਕਰ ਕੀਤਾ ਗਰੀਬ ਨਵਾਜ ਸਾਹਿਬ ਜੀ। ਫਿਰ ਉਹਨਾਂ ਨੂੰ ਬੇਦੀ ਕਿਉਂ ਕਿਹਾ ਜਾਂਦਾ ਸੀ? ਮਨ ਵਿੱਚ ਇਹ ਵੀ ਸਵਾਲ ਪੈਦਾ ਹੋਵੇਗਾ ਨਾ ਵੀ ਉਸ ਖਾਨਦਾਨ ਨੂੰ ਬੇਦੀ ਖਾਨਦਾਨ ਕਿਉਂ ਕਿਹਾ ਜਾਂਦਾ ਸੀ, ਤੇ ਕਿਹੜੇ ਬੇਦੀਆਂ ਦੇ ਕੁਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ? ਵੀ ਇਹ ਪੰਕਤੀ ਆਈ ਹੈ, ਤਿੰਨ ਬੇਦੀਆਂ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ। ਤਿੰਨਾਂ ਬੇਦੀਆਂ ਦੀ ਕੁਲ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ। ਕਿੰਨਾ ਬੇਦੀਆਂ ਦੀ ਕੁਲ ਵਿੱਚ ਪ੍ਰਗਟ ਹੋਏ? ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਖਿਆ, ਜਿਨੈ ਵੇਦ ਪਠਿਓ ਸੇ ਬੇਦੀ ਕਹਾਏ, ਤਿਨੈ ਧਰਮ ਕੇ ਕਰਮ ਨੀਕੇ ਚਲਾਏ। ਜੇ ਸਾਰਾ ਇਤਿਹਾਸ ਪੜ੍ਹਨਾ ਹੋਵੇ ਤਾਂ ਫਿਰ ਬਚਿੱਤਰ ਨਾਟਕ ਪੜ੍ਹਨਾ ਪਵੇਗਾ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਰਚਨਾ। ਕਲਗੀਧਰ ਪਾਤਸ਼ਾਹ ਗਰੀਬ ਨਵਾਜ ਸਾਹਿਬ ਕਹਿੰਦੇ, ਜਿਨ੍ਹਾਂ ਨੇ ਵੇਦ ਪੜ੍ਹੇ ਸੀ ਉਹਨਾਂ ਨੂੰ ਵੇਦੀ ਆਖਿਆ ਗਿਆ, ਤੇ ਉਸ ਵੇਦੀ ਪਰਿਵਾਰ ਦੇ ਵਿੱਚ, ਵੇਦੀ ਖਾਨਦਾਨ ਦੇ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪ੍ਰਗਟ ਹੋਏ। ਸਭ ਤੋਂ ਪਹਿਲਾ ਦਰਸ਼ਨ ਦੌਲਤਾਂ ਦਾਈ ਨੇ ਕੀਤਾ, ਉਹ ਦਰਸ਼ਨ ਦੇਖ ਕੇ ਨਿਹਾਲ ਹੋਈ। ਉਸ ਤੋਂ ਬਾਅਦ ਜਿਵੇਂ ਪੰਡਤ ਹਰਦਿਆਲ ਨੇ ਦਰਸ਼ਨ ਕੀਤਾ, ਧੰਨ ਮਾਤਾ ਤ੍ਰਿਪਤਾ ਨੇ ਤਾਂ ਦਰਸ਼ਨ ਕੀਤਾ ਹੀ ਹੈ, ਪਿਤਾ ਮਹਿਤਾ ਕਲਿਆਣ ਚੰਦ ਜੀ ਨੇ ਤਾਂ ਦਰਸ਼ਨ ਕੀਤਾ ਹੀ ਹੈ, ਮਾਤਾ ਪਿਤਾ ਨੇ, ਭੈਣ ਨਾਨਕੀ ਜੀ ਨੇ ਤਾਂ ਦਰਸ਼ਨ ਕੀਤਾ ਹੀ ਹੈ। ਪਰਿਵਾਰ ਤੋਂ ਬਾਹਰ ਦੌਲਤਾਂ ਦਾਈ ਤੋਂ ਬਾਅਦ ਪੰਡਤ ਹਰਦਿਆਲ ਨੇ ਦਰਸ਼ਨ ਕੀਤਾ। ਜਿਸ ਦਿਨ ਮਹਾਰਾਜ ਪ੍ਰਗਟ ਹੋਏ ਉਸੇ ਦਿਨ ਹੀ ਦਿਨ ਚੜ੍ਹੇ ਤੋਂ ਮਹਾਰਾਜ ਦੇ ਪਿਤਾ ਜੀ ਨੇ ਪ੍ਰੋਹਤ ਹਰਦਿਆਲ ਨੂੰ ਸੱਦਿਆ ਸੀ ਕਿ ਬੱਚੇ ਦਾ ਨਾਮਕਰਨ ਕੀਤਾ ਜਾਵੇ, ਜਨਮ ਤਰੀਕ ਲਿਖੀ ਜਾਵੇ। ਜਿਵੇਂ ਅੱਜ ਕੱਲ੍ਹ ਜਨਮ ਦੇ ਸਰਟੀਫਿਕੇਟ ਬਣਾਏ ਜਾਂਦੇ ਹਨ, ਉਹਨਾਂ ਦਿਨਾਂ ਵਿੱਚ ਜੋ ਜਨਮ ਦੀ ਤਰੀਕ ਲਿਖੀ ਜਾਂਦੀ ਸੀ ਉਹਨੂੰ ਜਨਮ ਪੱਤਰੀ ਕਿਹਾ ਜਾਂਦਾ ਸੀ। ਤਾਂ ਉਹ ਜਨਮ ਦੀ ਤਰੀਕ ਸਾਰਾ ਵੇਰਵਾ ਲਿਖਿਆ ਗਿਆ, ਵੀ ਕੱਤਕ ਦੀ ਪੁੰਨਿਆ ਜਿਹੜਾ ਸਮਾਂ ਸੀ ਉਹ ਸਮਾਂ ਲਿਖਿਆ ਗਿਆ, ਜਿਹੜਾ ਨਛੱਤਰ ਸੀ ਉਹ ਨਛੱਤਰ ਲਿਖਿਆ ਗਿਆ, ਬੁੱਧਵਾਰ ਦਾ ਦਿਨ ਸੀ ਉਹ ਲਿਖਿਆ ਗਿਆ। ਤਾਂ ਪੰਡਤ ਹਰਦਿਆਲ ਨੇ ਜਦੋਂ ਦਰਸ਼ਨ ਕੀਤਾ ਬਾਬਾ ਜੀ ਦਾ, ਤੇ ਇੱਕ ਹੱਥ ਦੀ ਹਥੇਲੀ ਦੇ ਵਿੱਚ ਚੌਰ ਛਪਿਆ ਹੋਇਆ ਸੀ, ਚੌਰ ਦੀ ਰੇਖਾ ਹੈ, ਤੇ ਦੂਸਰੀ ਹੱਥ ਦੀ ਹਥੇਲੀ ਵਿੱਚ ਛਤਰ ਬਣਿਆ ਹੋਇਆ ਸੀ। ਇਹ ਇਤਿਹਾਸ ਵਿੱਚ ਲਿਖਿਆ। ਚਰਨਾਂ ਦਾ ਦਰਸ਼ਨ ਕੀਤਾ ਤੇ ਚਰਨਾਂ ਦੇ ਵਿੱਚ ਪਦਮ ਰੇਖਾ ਤੱਕੀ, ਨਮਸਕਾਰ ਕੀਤੀ ਉਸ ਬਜ਼ੁਰਗ ਪੰਡਤ ਹਰਦਿਆਲ ਨੇ ਹੱਥ ਜੋੜ ਕੇ, ਤੇ ਆਖਿਆ, ਮਹਿਤਾ ਕਲਿਆਣ ਚੰਦ ਜੀ, ਤੁਹਾਡਾ ਪੁੱਤਰ ਕੋਈ ਮਹਾਨ ਹੀ ਮਹਾਂਪੁਰਖ ਹੈ, ਇਸ ਦੇ ਸਿਰ ਦੇ ਉੱਤੇ ਛਤਰ ਝੁੱਲੇਗਾ। ਪਿਤਾ ਜੀ ਨੇ ਆਖਿਆ, ਨਾਮਕਰਨ ਕਰੋ। ਕਹਿਣ ਲੱਗਾ, ਮੈਂ ਕੁਝ ਦਿਨ ਵਿਚਾਰ ਕਰਕੇ ਨਾਮ ਰੱਖਾਂਗਾ। ਆਪਣੇ ਘਰੇ ਗਿਆ ਤੇ ਕੁਝ ਦਿਨਾਂ ਬਾਅਦ ਆ ਕਰਕੇ ਨਾਮ ਰੱਖਿਆ ਨਾਨਕ। ਮਹਾਰਾਜ ਦੇ ਪਿਤਾ ਜੀ ਕਹਿਣ ਲੱਗੇ, ਪੰਡਤ ਜੀ, ਇਹ ਨਾਮ ਨਾ ਹਿੰਦੂਆਂ ਵਾਲਾ ਹੈ ਨਾ ਮੁਸਲਮਾਨਾਂ ਵਾਲਾ ਹੈ, ਰਲਦਾ ਜਿਹਾ ਨਾਂ ਤੁਸੀਂ ਰੱਖ ਦਿੱਤਾ। ਤੇ ਪੰਡਤ ਹਰਦਿਆਲ ਨੇ ਜੋ ਆਖਿਆ ਉਹ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ, ਕਿ ਪੰਡਤ ਹਰਦਿਆਲ ਕਹਿਣ ਲੱਗਾ, ਮਹਿਤਾ ਜੀ, ਇਹ ਨਾਮ ਮੈਂ ਸਾਂਝਾ ਰੱਖਿਆ ਹੈ। ਉਹਨੇ ਅਰਥ ਵੀ ਕਰਕੇ ਦੱਸੇ ਵੀ ਨਾਨਕ ਦਾ ਅਰਥ ਹੈ ਜਿਸ ਵਿੱਚ ਅਨੇਕਤਾ ਨਹੀਂ ਹੈ, ਜਿਸ ਵਿੱਚ ਦਵੈਤ ਨਹੀਂ ਹੈ, ਜਿਸ ਵਿੱਚ ਦੁਬਧਾ ਨਹੀਂ ਹੈ, ਜਿਸ ਵਿੱਚ ਏਕਤਾ ਹੈ, ਜੋ ਸਾਰਿਆਂ ਨੂੰ ਏਕਤਾ ਦਾ ਉਪਦੇਸ਼ ਦੇਵੇਗਾ, ਜੋ ਸਾਰਿਆਂ ਨੂੰ ਇੱਕ ਨਾਲ ਜੋੜੇਗਾ। ਐਸਾ ਉਹਨੇ ਹੋਰ ਵੀ ਅਰਥ ਕਰਕੇ ਦੱਸਿਆ।
ਤੇ ਇਹ ਵੀ ਕਿਹਾ ਵੀ ਇਹਨਾਂ ਦੇ ਸਿਰ ਉੱਤੇ ਛਤਰ ਝੁੱਲੇਗਾ। ਮਹਿਤਾ ਜੀ ਧਰਤੀ, ਪਰਬਤ, ਪਹਾੜ, ਨਦੀਆਂ, ਦਰਿਆ, ਸਮੁੰਦਰ ਇਹਨਾਂ ਨੂੰ ਰਾਹ ਦੇਣਗੇ। ਤੇ ਜਿਹੜੀ ਮੇਰੇ ਮਤ ਦੇ ਵਿੱਚ ਉਹਨੇ ਆਖਿਆ ਮੈਨੂੰ ਸਮਝ ਪ੍ਰਾਪਤ ਹੋਈ ਹੈ ਕਿ ਸ੍ਰੀ ਰਾਮਚੰਦਰ ਜੀ ਤੇ ਸ੍ਰੀ ਕ੍ਰਿਸ਼ਨ ਭਗਵਾਨ ਨੂੰ ਹਿੰਦੂ ਮੰਨਦੇ ਹਨ, ਮੁਹੰਮਦ ਸਾਹਿਬ ਨੂੰ ਮੁਸਲਮਾਨ ਮੰਨਦੇ ਆ। ਇਹ ਨਾਨਕ ਨਾਮ ਸਾਂਝਾ, ਇਹਨਾਂ ਨੂੰ ਦੋਵੇਂ ਮੰਨਣਗੇ, ਹਿੰਦੂ ਵੀ ਮੰਨਣਗੇ ਤੇ ਮੁਸਲਮਾਨ ਵੀ ਮੰਨਣਗੇ। ਤਾਂ ਮਹਾਰਾਜ ਦੇ ਪਿਤਾ ਜੀ ਬੜੇ ਪ੍ਰਸੰਨ ਹੋਏ। ਬਚਪਨ ਦੇ 15 ਸਾਲ, ਬਚਪਨ ਦੇ 15 ਵਰੇ ਰਾਏ ਭੋਏ ਦੀ ਤਲਵੰਡੀ ਨੂੰ ਮਹਾਰਾਜ ਨੇ ਭਾਗ ਲਾਏ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ। ਔਰ ਉਹਨਾਂ ਸਾਲਾਂ ਦੇ ਵਿੱਚ ਜਿੱਥੇ ਰਾਏ ਭੋਏ ਤਲਵੰਡੀ ਨਗਰ ਦੀਆਂ ਗਲੀਆਂ ਨੂੰ ਪਵਿੱਤਰ ਕੀਤਾ ਤੇ ਪੜਾਉਣ ਵਾਲਿਆਂ ਨੂੰ ਵੀ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ। ਕਦੀ ਗੋਪਾਲ ਪਾਂਧੇ ਪਾਸ ਪਿਤਾ ਜੀ ਲੈ ਕਰਕੇ ਗਏ ਪੜਾਉਣ ਵਾਸਤੇ। ਸ੍ਰੀ ਰਾਗ ਦਾ ਪਹਿਲਾ ਸ਼ਬਦ ਉਚਾਰਨ ਕਰਕੇ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ। ਵਾਹਿਗੁਰੂ ਸ੍ਰੀ ਰਾਗ ਦਾ ਸ਼ਬਦ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲੇਖਾਰੀ, ਗੁਰ ਪੁਛ ਲਿਖ ਵਿਚਾਰ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਨ। ਇਹ ਸ੍ਰੀ ਰਾਗ ਦਾ ਸ਼ਬਦ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਤੇ ਇਹਦੇ ਅਰਥ ਭਾਵ ਦੱਸ ਕੇ ਗੋਪਾਲ ਪਾਂਧੇ ਨੂੰ ਨਿਹਾਲ ਕੀਤਾ। ਉੱਥੇ ਪੱਟੀ ਵੀ ਮਹਾਰਾਜ ਨੇ ਉਚਾਰਨ ਕੀਤੀ। ਆਸਾ ਰਾਗ ਦੇ ਵਿੱਚ 35 ਬੰਦਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਊੜੇ ਐੜੇ ਦੇ 35 ਅੱਖਰ ਹਨ। ਇੱਕ ਇੱਕ ਅੱਖਰ ਦੁਆਰਾ ਉਪਦੇਸ਼ ਦਿੱਤਾ ਪੜਾਉਣ ਵਾਲੇ ਉਸਤਾਦ ਨੂੰ, ਇੱਕ ਇੱਕ ਅੱਖਰ ਦੁਆਰਾ। ਮਹਾਰਾਜ ਸਾਹਿਬ ਜੀ ਨੇ ਊੜੇ ਅੱਖਰ ਤੋਂ ਉਪਦੇਸ਼ ਦਿੱਤਾ ਵੀ ਊੜਾ ਕਹਿੰਦਾ ਹੈ, ਊੜਾ ਉਪਮਾ ਤਾਕੀ ਕੀਜੈ ਜਾ ਕਾ ਅੰਤ ਨਾ ਪਾਇਆ। ਛੋਟੀ ਜੀ ਉਮਰ ਮਹਾਰਾਜ ਦੂਸਰੇ ਦਿਨ ਪੜਾਉਣ ਵਾਲੇ ਕੋਲੇ ਗਏ। ਪਹਿਲੇ ਦਿਨ ਤਾਂ ਜੋ ਉਹਨੇ ਪੜਿਆ ਸੀ ਤੇ ਦੂਜੇ ਦਿਨ ਆਪ ਉਪਦੇਸ਼ ਦੇ ਕੇ ਨਿਹਾਲ ਕੀਤਾ। ਮਹਾਰਾਜ ਕਹਿੰਦੇ ਪਾਂਧਾ ਜੀ ਊੜਾ ਕਹਿੰਦਾ ਉਪਮਾ ਉਸ ਦੀ ਕਰਨੀ ਚਾਹੀਦੀ ਜਿਹਦਾ ਅੰਤ ਨਹੀਂ ਪਾਇਆ ਜਾਂਦਾ। ਊੜਾ ਉਪਮਾ ਤਾਕੀ ਕੀਜੈ ਜਾ ਕਾ ਅੰਤ ਨਾ ਪਾਇਆ। ਜਿਸ ਵਾਹਿਗੁਰੂ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾਂਦਾ ਉਸ ਪ੍ਰਭੂ ਦੀ ਉਪਮਾ ਕਰਨੀ ਚਾਹੀਦੀ ਹੈ। 35 ਅੱਖਰਾਂ ਦੁਆਰਾ ਮਹਾਰਾਜ ਨੇ ਉਪਦੇਸ਼ ਦੇ ਕਰਕੇ ਅੰਮ੍ਰਿਤ ਬਾਣੀ ਉਚਾਰਨ ਕਰਕੇ ਗੋਪਾਲ ਪਾਂਧੇ ਨੂੰ ਨਿਹਾਲ ਕੀਤਾ। ਹਿੰਦੀ ਪੜਾਉਣ ਵਾਲੇ, ਸੰਸਕ੍ਰਿਤ ਪੜਾਉਣ ਵਾਲੇ ਬ੍ਰਿਜ ਲਾਲ ਪੰਡਤ ਦੇ ਕੋਲੇ ਪਿਤਾ ਜੀ ਲੈ ਕੇ ਗਏ, ਉਸ ਨੂੰ ਵੀ ਉਪਦੇਸ਼ ਦੇ ਕਰਕੇ ਨਿਹਾਲ ਕਰ ਦਿੱਤਾ। ਫਾਰਸੀ ਪੜਾਉਣ ਵਾਲੇ ਮੌਲਵੀ ਕੁਤਬਦੀਨ ਕੋਲੇ ਪਿਤਾ ਜੀ ਲੈ ਕੇ ਗਏ। ਪਹਿਲੇ ਦਿਨ ਹੀ ਤਿਲੰਗ ਰਾਗ ਦਾ ਪਹਿਲਾ ਸ਼ਬਦ ਉਚਾਰਨ ਕਰਕੇ ਫਾਰਸੀ ਦੇ ਵਿੱਚ ਜਗਤ ਗੁਰੂ ਬਾਬਾ ਜੀ ਨੇ, ਜਾਹਰ ਪੀਰ ਜਗਤ ਗੁਰ ਬਾਬਾ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਸੀ। ਜਾਕੀ ਅਰਜ ਗੁਫਤਮ ਪੇਸ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ, ਮਮ ਸਰਬ ਹੁਏ ਅਜਰਾਈਲ ਗਿਰਫਤ ਹੈ ਦਿਲ ਹੇਜ ਨਾ ਦਾਨੀ ਰਹਾਓ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਿਰ ਬਿਅਫਤਮ ਕਸ ਨਾ ਦਾਰਦ ਚੂ ਸਵਦ ਤਕਬੀਰ। ਸਭ ਰੋਜ ਗਸਤਮ ਦਰਹਵਾ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮੀ ਚਨੀ ਅਹਵਾਲ। ਬਦਬਖਤ ਹਮ ਚੋ ਬਖੀਲ ਗਾਫਿਲ, ਬੇਨਜ਼ਰ ਬੇਬਾਕ ਨਾਨਕ ਬਗੋਇਤ ਜਨ ਤੁਰਾ, ਤੇਰੇ ਚਾਕਰਾਂ ਪਾਖਾ। ਮੌਲਵੀ ਬਜ਼ੁਰਗ ਕੁਤਬਦੀਨ ਉਹ ਵੀ ਬਾਬਾ ਜੀ ਦੇ ਚਰਨਾਂ ਤੇ ਪਿਆ, ਨਮਸਕਾਰ ਕੀਤੀ ਤੇ ਮਹਾਰਾਜ ਦੇ ਪਿਤਾ ਜੀ ਨੂੰ ਪੜਾਉਣ ਵਾਲੇ ਉਸਤਾਦਾਂ ਨੇ ਇਹੀ ਗੱਲ ਆਖੀ ਸੀ ਵੀ ਮਹਿਤਾ ਜੀ ਅਸੀਂ ਤੁਹਾਡੇ ਪੁੱਤਰ ਨੂੰ ਕੀ ਪੜਾਉਣਾ ਹੈ, ਇਹ ਤਾਂ ਪਹਿਲਾਂ ਹੀ ਪੜਿਆ ਹੋਇਆ, ਇਹ ਤਾਂ ਜੱਗ ਨੂੰ ਪੜਾਵੇਗਾ। ਵੇਖੋ ਸਤਿਗੁਰੂ ਜੀ ਸੰਸਾਰ ਨੂੰ ਪੜਾਉਣ ਵਾਸਤੇ ਆਉਂਦੇ ਆ,
महाराज पढ़े नहीं, गुरु साहब जी ने पढ़ाउण वालियां नूं भी पढ़ा दिता। पढ़ाउण वालियां ने अगों ये आख्या, बिन पढ़ाए पढ़ रहे हो अवर पढ़ावनहार। ये बिना पढ़ाया ही पढ़ रहा है, ये तो होरनां नूं पढ़ाउण वाला है। तां ही भाई गुरदास साहब जी ने बचन कह, सतगुर नानक प्रगटिया मिटी धुंध जग चानण होआ। अपने पढ़ाउण वालियां दे अंदर दी भी धुंध मेट दित्ती। उन्हां नूं विद्या दा तत्त महाराज ने दिता, विद्या दा सिद्धांत दिता भी जिन्ना चिर ये विद्या ना पढ़ी, धर्म दी विद्या ना पढ़ी ते संसारी विद्या पढ़न दे नाल लेखा नहीं मुकदा, लेखा देना पैंदा। गोपाल पांधे नूं आख्या सी, बुद्धि दे कागज दे उत्ते भावना दी कलम दे नाल चित्त नूं लिखारी ला के 3 गल्लां लिख लओ, फिर लेखा देना नहीं पवेगा, लेखा मुक जावेगा। लिख नाम सालाहा लिख, लिख अंत ना पारावार। बाबा एहो लेखा लिख जान, जिथे लेखा मंगीए तिथे होए सच्चा निशान। जिथे दरगाह विच लेखा मंगिया जाता है, उत्थे फिर प्रवान पत्र होवेगा, लेखा ही मुक जावेगा। भाई गुरदास साहब जी ने महाराज का नाम लिखण तो पहला अपनियां वारां विच पहला सतगुर आख्या है। गुरु साहब जिस दिन प्रगट होए आ, सतगुर रूप विच प्रगट होए आ। गुरता गद्दी दे मालक ही बन के प्रगट होए आ महाराज। श्री गुरु नानक साहब जी का प्रकाश गुरपुरब आपां मनाउने आ हर साल संगत जी, पर कदी गुरु नानक साहब महाराज का गुरियाई पुरब तो नहीं मनाया जाता। क्यों नहीं मनाया जाता गुरु नानक साहब जी का गुरता गद्दी पुरब? क्योंकि गुरु नानक साहब जी धुर तो ही गुरु प्रगट होए। गुरु नानक साहब महाराज आदि तो ही गुरु हन। जिस दिन प्रगट होए उस दिन ही संसार दे गुरु आ, सारे संसार दे गुरु आ गुरु नानक साहब। तां ही भावना वाले जगत गुरु कहंदे आ। सारे जगत दे गुरु गुरु नानक साहब महाराज। तू सांझा साहिब बाप हमारा, नौ नित तेरा अखुट भंडारा। तां ही भाई गुरदास साहब जी ने अपनी पौड़ी की पहली पंक्ति विच आख्या, सतगुर नानक प्रगटिया। महाराज सतगुरु दे रूप विच प्रगट होए आ। जिस दिन प्रगट होए आ उस दिन ही सतगुरु रूप विच प्रगट होए आ। संसार विच आके गुरियाई नहीं प्राप्त कीती, धुर तो ही गुरता गद्दी दे मालक। क्योंकि परमेश्वर नूं किन्ने गुरियाई देनी है? परमेश्वर आप मालक है खुद, ते गुरु नानक साहब आप परमेश्वर। आद निरंजन है गुर नानक, धार के मूरत है जाके आयो। लोक सुनियो पर लोक सुनियो, बिद लोक सुनियो सब दर्शन पायो। संगत पार उतारन को गुरु नानक साहिब पंथ चलायो। वाहिगुरु गुरु नानक साहिब, धार के मूरत है जाके आयो। आप वाहिगुरु गुरु नानक साहब रूप धारण करके आए। फिर भाई साहब जी ने महाराज साहब जी नूं आख्या भी जिवें सूरज निकलदा ना, इस तरह गुरु साहब प्रगट होए। सतगुर नानक प्रगटिया मिटी धुंध जग चानण होआ। ज्यों कर सूरज निकलिया तारे छपे अंधेर पलोआ। जिवें सूरज निकलदा है ते तारे छिप जांदे आ, हनेरा भी पलोआ दौड़ जांदा है। सतगुरु नानक साहब महाराज जी दे प्रगट होण दे नाल दंभां पखंडां दे तारे छिप गए, अज्ञानता दा हनेरा दौड़ गया। सतगुरु नानक देव साहब महाराज सूरज की तरह महाराज ने प्रकाश किया। ते सूरज जदों चानना करता है, सूरज जदों प्रकाश करता है, वो किसी नाल वितकरा नहीं करता। सूरज
ਇੱਕੋ ਜਿਹਾ ਪ੍ਰਕਾਸ਼ ਕਰਦਾ ਸਾਰੇ ਸੰਸਾਰ ਦੇ ਵਿੱਚ। ਸੂਰਜ ਚੜ੍ਹਦਾ ਹੈ, ਉਹ ਨਹੀਂ ਵੇਖਦਾ ਵੀ ਇਹ ਉੱਚਾ ਹੈ, ਨੀਵਾਂ ਹੈ, ਛੋਟਾ ਹੈ, ਵੱਡਾ ਹੈ, ਅਮੀਰ ਹੈ, ਗਰੀਬ ਹੈ, ਇਹ ਉੱਚੀ ਜਾਤੀ ਵਾਲਾ ਹੈ ਕਿ ਨੀਵੀਂ ਜਾਤੀ ਵਾਲਾ ਹੈ। ਬਲਕਿ ਸੂਰਜ ਇਹ ਵੀ ਨਹੀਂ ਵੇਖਦਾ ਵੀ ਇਹ ਮਨੁੱਖ ਜਾਤੀ ਹੈ ਕਿ ਬਾਕੀ ਜੂਨਾਂ ਹਨ। ਸੂਰਜ ਚੜ੍ਹਦਾ ਹੈ ਤੇ ਚਾਨਣਾ ਉਨਾ ਹੀ ਮਨੁੱਖ ਜਾਤੀ ਨੂੰ ਪ੍ਰਾਪਤ ਹੁੰਦਾ ਹੈ, ਉਨਾ ਹੀ ਪਸ਼ੂਆਂ ਪੰਛੀਆਂ ਨੂੰ ਪ੍ਰਾਪਤ ਹੁੰਦਾ ਹੈ। ਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸੂਰਜ ਦੀ ਤਰ੍ਹਾਂ ਪ੍ਰਗਟ ਹੋਏ ਆ। ਜਿਵੇਂ ਸੂਰਜ ਦਾ ਚਾਨਣਾ ਸਾਰੇ ਸੰਸਾਰ ਵਾਸਤੇ ਸਾਂਝਾ ਹੈ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਵੀ ਸਾਰੇ ਸੰਸਾਰ ਵਾਸਤੇ ਸਾਂਝਾ ਹੈ। ਸੂਰਜ ਚੜ੍ਹਿਆ ਹੋਇਆ ਹੈ ਤੇ ਜੇ ਕੋਈ ਆਪਣੇ ਘਰ ਦਾ ਦਰਵਾਜ਼ਾ ਹੀ ਬੰਦ ਕਰ ਲਵੇ, ਤਾਕੀ ਬੰਦ ਕਰ ਲਵੇ, ਰੋਸ਼ਨਦਾਨ ਹੀ ਬੰਦ ਕਰ ਲਵੇ, ਆਪਣੀਆਂ ਅੱਖਾਂ ਹੀ ਮੀਟ ਲਵੇ, ਉਹਨੂੰ ਤਾਂ ਨਹੀਂ ਨਾ ਚਾਨਣਾ ਦਿਸਣਾ, ਸੂਰਜ ਦਾ ਪ੍ਰਕਾਸ਼ ਦਿਸਣਾ। ਸੂਰਜ ਤਾਂ ਚਾਨਣਾ ਕਰੀ ਜਾ ਰਿਹਾ, ਪ੍ਰਕਾਸ਼ ਕਰੀ ਜਾ ਰਿਹਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਨੇ ਪ੍ਰਕਾਸ਼ ਕੀਤਾ ਤੇ ਅੱਜ ਵੀ ਕਰ ਰਹੇ ਆ। ਤੇ ਜਿਹੜੇ ਭਾਵਨਾ ਵਾਲੇ ਆਪਣੇ ਹਿਰਦੇ ਦਾ ਦਰਵਾਜ਼ਾ ਖੋਲਦੇ, ਹਿਰਦੇ ਦੀ ਤਾਕੀ ਖੋਲਦੇ ਆ, ਉਹਨਾਂ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਅੱਜ ਵੀ ਪਹੁੰਚ ਰਿਹਾ। ਅੱਜ ਵੀ ਧੁੰਦ ਮੇਟ ਰਹੇ ਆ। ਧੁੰਦ ਆ ਜਿਹੜੀ ਨਹੀਂ, ਜਿਹੜੀ ਸਿਆਲ ਵਿੱਚ ਪੈਂਦੀ ਹੈ, ਧੁੰਦ ਅਗਿਆਨਤਾ ਦੀ, ਧੁੰਦ ਬੇਸਮਝੀ ਦੀ, ਧੁੰਦ ਵਹਿਮਾਂ ਭਰਮਾਂ ਦੀ, ਧੁੰਦ ਕੁਕਰਮਾਂ ਦੀ, ਧੁੰਦ ਪਾਪਾਂ ਦੀ, ਇਹ ਧੁੰਦ ਮਹਾਰਾਜ ਨੇ ਮੇਟੀ ਆ ਗੁਰੂ ਨਾਨਕ ਸਾਹਿਬ ਜੀ ਨੇ, ਤੇ ਅੱਜ ਵੀ ਮੇਟ ਰਹੇ ਆ ਗੁਰੂ ਨਾਨਕ ਸਾਹਿਬ ਆਪਣਾ ਉਪਦੇਸ਼ ਦੇ ਕਰਕੇ। ਸੂਰਜ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ। ਉਂਝ ਗੁਰਬਾਣੀ ਵਿੱਚ ਆਖਿਆ ਹੈ ਵੀ ਬਾਹਰਲਾ ਸੂਰਜ ਜਿਹੜਾ ਹੈ ਨਾ, ਇਹ ਬਾਹਰ ਤਾਂ ਚਾਨਣਾ ਕਰ ਸਕਦਾ ਵਾ, ਬੰਦੇ ਦੇ ਹਿਰਦੇ ਵਿੱਚ ਇਹਦਾ ਚਾਨਣਾ ਨਹੀਂ ਪਹੁੰਚਦਾ। ਬਾਹਰ ਪਹੁੰਚਦਾ ਵਾ, ਬਾਹਰ ਸਾਰਾ ਕੁਝ ਰਸਤੇ ਦਿਸਣ ਲੱਗ ਪੈਂਦੇ ਜਦੋਂ ਸੂਰਜ ਦਾ ਚਾਨਣਾ ਹੁੰਦਾ, ਸਾਰਾ ਸੰਸਾਰ ਦਿਸਣ ਲੱਗ ਪੈਂਦਾ ਹੈ। ਪਰ ਜਿਹੜਾ ਅੰਦਰ ਹੈ, ਅੰਦਰ ਦਾ ਹਨੇਰਾ ਤੇ ਗੁਰੂ ਰੂਪੀ ਸੂਰਜ ਨਹੀਂ ਦੂਰ ਕਰਨਾ। ਜਿਵੇਂ ਆਸਾ ਦੀ ਵਾਰ ਵਿੱਚ ਮਹਾਰਾਜ ਸਾਹਿਬ ਜੀ ਨੇ ਆਖਿਆ, ਜੇ 100 ਚੰਦਾ ਯੁਗ ਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਵੇਂ 100 ਚੰਦ ਪ੍ਰਕਾਸ਼ ਕਰਨ, ਇੱਕ ਪੁੰਨਿਆਂ ਦਾ ਚੰਦ ਨਹੀਂ, ਇੱਕ ਦੀ ਥਾਂ ਤੇ 100 ਚੰਦਰਮਾ ਪ੍ਰਕਾਸ਼ ਕਰੇ, ਇੱਕ ਸੂਰਜ ਦੀ ਥਾਂ ਤੇ 1000 ਸੂਰਜ ਪ੍ਰਕਾਸ਼ ਕਰੇ। ਬਾਹਰ ਤਾਂ ਇੱਕ ਸੂਰਜ ਹੀ ਬੜਾ ਚਾਨਣਾ ਕਰ ਦਿੰਦਾ ਹੈ, ਤੇ ਮਹਾਰਾਜ ਕਹਿੰਦੇ ਭਾਵੇਂ 1000 ਸੂਰਜ ਪ੍ਰਕਾਸ਼ ਪੈ ਕਰਨ, ਪਰ ਗੁਰੂ ਦੇ ਗਿਆਨ ਤੋਂ ਬਿਨਾ, ਗੁਰੂ ਦੇ ਉਪਦੇਸ਼ ਤੋਂ ਬਿਨਾ ਇਨਸਾਨ ਦੇ ਹਿਰਦੇ ਦੇ ਵਿੱਚ, ਇਨਸਾਨ ਦੀ ਜ਼ਿੰਦਗੀ ਦੇ ਵਿੱਚ ਤਾਂ ਹਨੇਰਾ ਹੀ ਪਿਆ ਰਹਿੰਦਾ। ਜੇ 100 ਚੰਦਾ ਯੁਗ ਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਨਾਨਕ ਸਾਹਿਬ ਜੀ ਉਹ ਹਿਰਦੇ ਦੀ ਧੁੰਦ ਮੇਟਣ ਵਾਸਤੇ ਪ੍ਰਗਟ ਹੋਏ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅੰਦਰ ਦਾ ਹਨੇਰਾ ਦੂਰ ਕਰਨ ਵਾਸਤੇ ਪ੍ਰਗਟ ਹੋਏ। ਤੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਭਾਵਨਾ ਦੇ ਨਾਲ ਦਰਸ਼ਨ ਕੀਤਾ, ਗੁਰੂ ਸਾਹਿਬ ਜੀ ਦਾ ਉਪਦੇਸ਼ ਸ਼ਰਧਾ ਨਾਲ ਸੁਣਿਆ, ਮੰਨਿਆ, ਕਮਾਇਆ, ਉਹਨਾਂ ਦੇ ਜੀਵਨ ਦੇ ਵਿੱਚ ਫਿਰ ਦਿਨ ਚੜ ਗਿਆ, ਪ੍ਰਕਾਸ਼ ਹੋ ਗਿਆ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਤੇ ਹਨੇਰਾ ਹੀ ਹਨੇਰਾ ਹੈ। ਜਿਵੇਂ ਭੱਟ ਸਾਹਿਬਾਨਾਂ ਨੇ ਆਖਿਆ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ, ਅਗਨ ਕਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ।
जिन गुरु ना देखियो नह कियो, ते आके अथ संसार में है। ਭੱਟ ਸਾਹਿਬਾਨ ਕਹਿੰਦੇ ਜਿਨ੍ਹਾਂ ਨੇ ਮਨੁੱਖਾ ਜੀਵਨ ਦੇ ਵਿੱਚ ਗੁਰੂ ਦਾ ਉਪਦੇਸ਼ ਨਹੀਂ ਲਿਆ, ਗੁਰੂ ਨਹੀਂ ਧਾਰਨ ਕੀਤਾ, ਉਹਨਾਂ ਦਾ ਜੀਵਨ ਨਿਸਫਲ ਹੈ। ਅਜਾਈ ਚਲੇ ਜਾਂਦਾ ਹੈ ਉਹ ਜੀਵਨ ਜਿਸ ਜੀਵਨ ਦੇ ਵਿੱਚ ਗੁਰੂ ਵਾਲੇ ਨਹੀਂ ਬਣਿਆ। ਗੁਰੂ ਤੋਂ ਬਿਨਾਂ ਘੁੱਪ ਹਨੇਰਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਪਰਮਾਰਥ ਦੀ, ਪ੍ਰਭੂ ਦੇ ਰਸਤੇ ਦੀ ਸਮਝ ਨਹੀਂ ਆਉਂਦੀ ਹੈ ਗੁਰੂ ਦੇ ਉਪਦੇਸ਼ ਤੋਂ ਬਿਨਾਂ। ਹੋਰ ਕੋਈ ਰਸਤਾ ਨਹੀਂ ਦੱਸਦਾ ਹੈ। ਜੀਵ ਭੁੱਲ ਜਾਂਦੇ ਹਨ, ਪੱਗ ਡੰਡੀਆਂ ਵਿੱਚ ਪੈ ਜਾਂਦੇ ਹਨ, ਭਟਕ ਜਾਂਦੇ ਹਨ, ਤੇ ਭੁੱਲਿਆ ਹੋਇਆਂ ਨੂੰ ਮਾਰਗ ਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ। ਤਾਂ ਹੀ ਆਖਿਆ ਗੁਰਬਾਣੀ ਦੇ ਅੰਦਰ, ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਭੁੱਲਿਆ ਹੋਇਆਂ ਨੂੰ ਜਿਸ ਗੁਰੂ ਸਾਹਿਬ ਜੀ ਨੇ ਮਾਰਗ ਪਾਇਆ, ਰਸਤੇ ਤੇ ਪਾਇਆ, ਐਸੇ ਗੁਰੂ ਸਾਹਿਬ ਜੀ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੋਏ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਭੁੱਲਿਆਂ ਨੂੰ, ਭਟਕਿਆਂ ਨੂੰ ਰਸਤੇ ਪਾਉਣ ਵਾਸਤੇ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ। ਔਰ ਪੜ੍ਹਾਉਣ ਵਾਲਿਆਂ ਨੂੰ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ। ਕਦੀ ਮੱਝਾਂ ਗਾਵਾਂ ਚਾਰੀਆਂ ਪਿਤਾ ਜੀ ਦੇ ਕਹਿਣ ਤੇ, ਕੌਤਕ ਕੀਤੇ, ਖੇਤੀ ਹਰੀ ਭਰੀ ਕੀਤੀ, ਸੱਪ ਨੇ ਛਾਂ ਕੀਤੀ, ਦਰਖਤ ਦਾ ਪਰਛਾਵਾਂ ਟਿਕਿਆ ਰਿਹਾ। ਇਹ ਤਿੰਨ ਕੌਤਕ ਰਾਏ ਬੁਲਾਰ ਨੇ ਵੇਖੇ ਸੀ। ਮਹਾਰਾਜ ਸਾਹਿਬ ਜੀ ਦਾ ਪੱਕਾ ਸ਼ਰਧਾਲੂ ਬਣ ਗਿਆ ਸੀ। ਫਿਰ ਬੇਨਤੀ ਕਰਨ ਤੋਂ ਰਾਏ ਬੁਲਾਰ ਦੇ, ਬੇਬੇ ਨਾਨਕੀ ਜੀ ਦੇ, ਭਾਈਆ ਜੈ ਰਾਮ ਜੀ ਦੇ, ਤੇ 15 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਸ ਧਰਤੀ ਨੂੰ ਭਾਗ ਲਾਏ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਹਾਰਾਜ ਸਰੀਰ ਕਾਰਬਲਾ 15 ਵਰਿਆਂ ਦੀ ਸੀ ਉਸ ਵੇਲੇ ਬਾਬਾ ਜੀ ਦੀ। 1541 ਦੇ ਵਿੱਚ ਇੱਥੇ ਆਏ। ਔਰ ਗਰੀਬ ਨਵਾਜ ਸਤਿਗੁਰੂ ਜੀ ਦੇ ਨਾਲ ਭਾਈ ਬਾਲਾ ਜੀ ਵੀ ਆਏ। ਮਹਾਰਾਜ ਦੇ ਬਚਪਨ ਦੇ ਸਾਥੀ ਹਨ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ, ਦੋਵੇਂ ਸਾਥੀ। ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਆ ਕੇ ਫਿਰ ਬੇਬੇ ਨਾਨਕੀ ਜੀ ਦੇ ਘਰੇ ਮਹਾਰਾਜ ਸਾਹਿਬ ਜੀ ਠਹਿਰੇ, ਆਪਣੇ ਭੈਣ ਜੀ ਦੇ ਘਰੇ। ਤੇ ਗਰੀਬ ਨਵਾਜ ਨੇ ਆਖਿਆ ਵੀ ਅਸੀਂ ਕੋਈ ਕਿਰਤ ਕਰਨਾ ਚਾਹੁੰਦੇ ਹਾਂ। ਤੇ ਭਾਈ ਜੈ ਰਾਮ ਜੀ ਜੋ ਮਹਾਰਾਜ ਦੇ ਭਾਈਆ ਜੀ ਹਨ, ਭਾਈਆ ਜੈ ਰਾਮ ਜੀ ਨੇ ਵੀ ਬੇਨਤੀ ਕੀਤੀ, ਬੇਬੇ ਨਾਨਕੀ ਜੀ ਨੇ ਵੀ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਘਰੇ ਬੈਠੋ, ਅਸੀਂ ਕੰਮਕਾਰ ਕਰਦੇ ਹਾਂ ਤੇ ਤੁਸੀਂ ਬੰਦਗੀ ਕਰੋ, ਤੁਸੀਂ ਕਰਤਾਰ ਕਰਤਾਰ ਕਰੋ। ਮਹਾਰਾਜ ਕਹਿਣ ਲੱਗੇ ਨਹੀਂ, ਅਸੀਂ ਕੋਈ ਕਿਰਤ ਕਰਨਾ ਚਾਹੁੰਦੇ ਹਾਂ। ਜਦੋਂ ਬਹੁਤਾ ਆਖਿਆ ਤੇ ਭਾਈਆ ਜੈ ਰਾਮ ਜੀ ਨੇ ਫਿਰ ਦੌਲਤ ਖਾਂ ਲੋਧੀ ਹਾਕਮ ਦਾ ਮੋਦੀ ਖਾਨਾ ਮਹਾਰਾਜ ਸਾਹਿਬ ਜੀ ਨੂੰ ਦਵਾਇਆ। ਤੇ ਗਰੀਬ ਨਵਾਜ ਸਾਹਿਬ ਫਿਰ ਮੋਦੀ ਖਾਨੇ ਦੇ ਵਿੱਚ ਭਾਈ ਬਾਲਾ ਜੀ ਨੂੰ ਨਾਲ ਲੈ ਕਰਕੇ ਮੋਦੀ ਖਾਨੇ ਦੀ ਨੌਕਰੀ ਕਰਨ ਲੱਗੇ। ਇੱਥੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਉਸੇ ਹੀ ਯਾਦ ਵਿੱਚ ਗੁਰਦੁਆਰਾ ਹੱਟ ਸਾਹਿਬ ਸੋਭਾ ਪਾਉਂਦਾ ਹੈ, ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਹੁਣ ਮੋਦੀ ਖਾਨੇ ਦੀ ਨੌਕਰੀ ਕਰਦਿਆਂ ਹੋਇਆਂ ਆਮ ਸੰਸਾਰੀਆਂ ਦੀ ਤਰ੍ਹਾਂ ਨੌਕਰੀ ਨਹੀਂ ਕੀਤੀ ਹੈ ਗਰੀਬ ਨਵਾਜ ਸਾਹਿਬ ਜੀ ਨੇ। ਇਹ ਵੀ ਇੱਕ ਸਤਿਗੁਰਾਂ ਦਾ ਕੌਤਕ ਹੈ। ਗਰੀਬ ਨਵਾਜ ਸਾਹਿਬ ਜੀ ਮੋਦੀ ਖਾਨੇ ਦੀ ਨੌਕਰੀ ਕਰਦੇ ਆ ਤੇ ਸਭ ਜੀਵਾਂ ਦੀਆਂ ਝੋਲੀਆਂ ਭਰੀ ਜਾਂਦੇ ਆ। ਉੱਥੇ ਜਿਹੜਾ ਕੋਈ ਪੈਸੇ ਲੈ ਕੇ ਆਉਂਦਾ ਹੈ ਸੌਦਾ ਲੈਣ ਵਾਸਤੇ, ਉਸ ਨੂੰ ਵੀ ਦਿੰਦੇ ਆ। ਜਿਹਦੇ ਕੋਲੇ ਪੈਸੇ ਨਹੀਂ ਹੁੰਦੇ ਉਸ ਨੂੰ ਵੀ ਦੇ ਦਿੰਦੇ ਆ ਸੌਦਾ। ਤੇ ਫਿਰ ਮਹਾਰਾਜ ਸਾਹਿਬ ਜੀ ਸਭ ਨੂੰ ਤਕੜੀ ਉਹ ਸ਼ਾਬਾ ਭਰ ਭਰ ਕੇ ਨਾ, ਤੇ ਗਰੀਬ ਨਵਾਜ ਸਾਹਿਬ ਜੀ ਤੇਰਾ ਤੇਰਾ ਕਹਿ ਕਰਕੇ ਝੋਲੀਆਂ ਭਰੀ ਜਾਂਦੇ। ਤੇਰਾ ਤੇਰਾ ਅੱਜ ਵੀ ਗੁਰੂ ਸਾਹਿਬ ਜੀ ਦੇ ਪਵਿੱਤਰ ਹਸਤ ਕਮਲਾਂ ਦੇ ਸ਼ੋਅ ਪ੍ਰਾਪਤ ਵੱਟੇ 14 ਵੱਟੇ ਗੁਰਦੁਆਰਾ ਹੱਟ ਸਾਹਿਬ ਦੇ
ਅਸਥਾਨ ਤੇ ਸ਼ੋਭਾ ਪਾਉਂਦੇ ਆ। ਮਹਾਰਾਜ ਸਾਹਿਬ ਜੀ ਤੇਰਾ ਤੇਰਾ ਕਹਿ ਕਰਕੇ ਝੋਲੀਆਂ ਭਰਦੇ ਤੇ ਬੜਾ ਵੱਡਾ ਮੋਦੀਖਾਨਾ ਸੀ ਇਹ, ਕੋਈ ਛੋਟੀ ਜੀ ਦੁਕਾਨ ਨਹੀਂ ਸੀ। ਸਾਰੇ ਇਲਾਕੇ ਦੀ ਫਸਲ ਇਹਦੇ ਵਿੱਚ ਜਮ੍ਹਾਂ ਹੁੰਦੀ ਸੀ, ਸਰਕਾਰੀ ਜਿਹੜਾ ਹਿੱਸਾ ਸੀ, ਤੇ ਉਹ ਫਿਰ ਸਾਰਿਆਂ ਨੂੰ ਦਿੱਤਾ ਜਾਂਦਾ ਸੀ। ਇੱਥੋਂ ਲੋਕ ਲੈ ਕੇ ਜਾਂਦੇ ਸਨ। ਦੌਲਤ ਖਾਂ ਲੋਧੀ ਦੇ ਜੋ ਫੌਜ ਸੀ ਉਹ ਵੀ ਇੱਥੋਂ ਹੀ ਰਸਦ-ਬਸਤ ਲੈਂਦੇ ਸਨ। ਭਾਈ ਬਾਲਾ ਜੀ ਮਹਾਰਾਜ ਸਾਹਿਬ ਜੀ ਨੂੰ ਫੜਾਉਂਦੇ ਆ ਤੇ ਗੁਰੂ ਸਾਹਿਬ ਜੀ ਅੱਗੇ ਤੱਕੜੀ ਤੋਲ ਤੋਲ ਕੇ ਤੇਰਾ ਤੇਰਾ ਕਹਿ ਕਰਕੇ ਝੋਲੀਆਂ ਭਰੀ ਜਾਂਦੇ ਆ। ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ। ਲੋਕਾਂ ਨੇ ਕਈਆਂ ਨੇ ਜਾ ਕੇ ਦੌਲਤ ਖਾਂ ਲੋਧੀ ਕੋਲੇ ਵੀ ਸ਼ਿਕਾਇਤਾਂ ਕੀਤੀਆਂ। ਕਈਆਂ ਨੇ ਭਾਈਆ ਜੈ ਰਾਮ ਨੂੰ ਆਖਿਆ, ਕਈਆਂ ਨੇ ਬੇਬੇ ਨਾਨਕੀ ਨੂੰ ਆਖਿਆ ਵੀ ਮੋਦੀਖਾਨੇ ਵਿੱਚ ਘਾਟਾ ਪੈ ਜਾਣਾ ਹੈ। ਸ੍ਰੀ ਨਾਨਕ ਜੀ ਤਾਂ ਤੇਰਾ ਤੇਰਾ ਕਹਿ ਕੇ ਸਭ ਨੂੰ ਦੇਈ ਜਾਂਦੇ ਆ, ਤੇਰਾ ਤੇਰਾ। ਤੇ ਬੇਬੇ ਨਾਨਕੀ ਜੀ ਕਹਿਣ ਲੱਗੇ ਨਹੀਂ, ਘਾਟਾ ਨਹੀਂ ਪੈਂਦਾ। ਦੌਲਤ ਖਾਂ ਲੋਧੀ ਵੀ ਸੁਣ ਕਰਕੇ ਵੀ ਇਸ ਤਰ੍ਹਾਂ ਕਰਦੇ ਆ, ਉਹ ਵੀ ਆਪਣੇ ਆਦਮੀ ਭੇਜਦਾ ਸੀ ਵੀ ਜਾ ਕੇ ਵੇਖ ਕੇ ਆਓ, ਕਿਤੇ ਮੋਦੀਖਾਨਾ ਹੀ ਨਾ ਸਾਰਾ ਲੁਟਾ ਦੇਣ। ਕਈਆਂ ਨੇ ਮਹਾਰਾਜ ਸਾਹਿਬ ਜੀ ਨੂੰ ਵੀ ਆ ਕੇ ਆਖਿਆ ਕਿ ਤੁਸੀਂ ਤੇਰਾ ਤੇਰਾ ਕਹਿ ਕਰਕੇ ਇਹ ਰਸਦ ਦੇਈ ਜਾਂਦੇ ਹੋ, ਘਾਟਾ ਪੈ ਜਾਵੇਗਾ। ਤੇ ਜਗਤ ਗੁਰੂ ਜੀ ਨੇ ਪਤਾ ਕੀ ਆਖਿਆ? ਮਹਾਰਾਜ ਕਹਿੰਦੇ ਜਦੋਂ ਘਾਟਾ ਪੈਂਦਾ ਮੇਰਾ ਮੇਰਾ ਕਰਕੇ ਪੈਂਦਾ ਹੈ, ਤੇਰਾ ਤੇਰਾ ਕਰਕੇ ਨਹੀਂ ਪੈਂਦਾ। ਘਾਟਾ ਜਦੋਂ ਇਨਸਾਨਾਂ ਨੂੰ ਪੈਂਦਾ ਹੈ, ਜੀਵਾਂ ਨੂੰ ਪੈਂਦਾ ਹੈ, ਉਦੋਂ ਮੇਰਾ ਮੇਰਾ ਕਰਕੇ, ਮੇਰੀ ਮੇਰੀ ਕਰਕੇ, ਮੈਂ ਕਰਕੇ ਪੈਂਦਾ ਹੈ। ਜਦੋਂ ਤੇਰਾ ਤੇਰਾ ਕਹੀਏ ਫਿਰ ਤੇ ਘਾਟੇ ਪੂਰੇ ਹੋ ਜਾਂਦੇ ਆ। ਇਹ ਸਿਧਾਂਤ ਸੀ ਗੁਰੂ ਸਾਹਿਬ ਜੀ ਦਾ। ਮਹਾਰਾਜ ਨੇ ਕਿਰਤ ਕਰਦਿਆਂ ਕੀਰਤੀ ਕਰਨੀ ਸਿਖਾਈ ਵੀ ਬੰਦਾ ਕਿਰਤ ਕਰਦਿਆਂ ਵੀ ਧਰਮੀ ਬਣ ਸਕਦਾ ਹੈ। ਹੱਟੀ ਤੇ ਬੈਠ ਕਰਕੇ ਵੀ ਇਹ ਇਮਾਨਦਾਰ ਹੋ ਸਕਦਾ ਹੈ, ਹੱਟੀ ਤੇ ਬੈਠ ਕਰਕੇ ਵੀ ਇਹ ਧਰਮੀ ਹੋ ਸਕਦਾ ਹੈ, ਤੇ ਕਿਰਤ ਕਰਦਿਆਂ ਵੀ ਕਰਤੇ ਨਾਲੇ ਜੁੜ ਸਕਦਾ ਹੈ। ਐਸਾ ਧਰਮ ਮਹਾਰਾਜ ਨੇ ਸਿਖਾਇਆ। ਤਾਂ ਹੀ ਕਲਗੀਧਰ ਪਾਤਸ਼ਾਹ ਨੇ ਆਖਿਆ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸੰਸਾਰ ਨੂੰ ਧਰਮ ਦਿੱਤਾ। ਧਰਮ ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਂ ਕੇ ਮਾਰਗ ਮਹਿ ਆਏ, ਤੇ ਕਬਹੁ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਵਨ ਕੇ ਪਰੇ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਦੁਖ ਭੂਖ ਕਬਹੁ ਨਾ ਸੰਤਾਏ, ਜਾਲ ਕਾਲ ਕੇ ਬੀਚ ਨਾ ਆਏ। ਗੁਰਬਾਣੀ 'ਚ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਆ ਜਿੰਨਾ ਚਿਰ ਮੈਂ ਕਰਦਾ ਤੇ ਮੇਰੀ ਮੇਰੀ ਕਰਦਾ, ਉਹਨਾਂ ਚਿਰੇ ਦਾ ਕੋਈ ਕਾਰਜ ਨਹੀਂ ਸੌਰਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰਹਿ ਆਏ। ਜਦੋਂ ਮੇਰੀ ਮੇਰੀ ਮਿਟ ਜਾਵੇ ਫਿਰ ਪਰਮੇਸ਼ਰ ਵਿੱਚ ਆ ਖਲੋਂਦੇ ਆ ਤੇ ਫਿਰ ਕਾਰਜ ਸੌਰਦੇ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ, ਭਗਤਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਉਹ ਮੇਰਾ ਨਹੀਂ ਕਹਿੰਦੇ, ਉਹ ਤੇਰਾ ਕਹਿੰਦੇ ਹਨ। ਉਹ ਹੰਗਤਾ ਵਿੱਚ ਮੈਂ ਨਹੀਂ ਕਹਿੰਦੇ, ਉਹ ਤੂੰ ਕਹਿੰਦੇ ਹਨ। ਜਿਵੇਂ ਭਗਤ ਕਬੀਰ ਸਾਹਿਬ ਨੇ ਆਖਿਆ, ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਉਹ ਤਾਂ ਇਹ ਬਚਨ ਵੀ ਕਹਿੰਦੇ, ਕਬੀਰ ਤੂੰ ਤੋ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਹ ਭਗਤਾਂ ਦੀ ਅਵਸਥਾ। ਮਹਾਰਾਜ ਸਾਹਿਬ ਜੀ ਨੇ ਮੋਦੀਖਾਨਾ ਕੀਤਾ ਤੇ ਗਰੀਬਾਂ ਦੀਆਂ ਗਰੀਬੀਆਂ ਚੁੱਕ ਦਿੱਤੀਆਂ, ਝੋਲੀਆਂ ਭਰ ਦਿੱਤੀਆਂ। ਔਰ ਇੱਥੋਂ ਹੀ ਮੋਦੀਖਾਨੇ ਵਿੱਚ ਹੀ ਮਹਾਰਾਜ ਸਾਹਿਬ ਜੀ ਕਈ ਵਾਰੀ ਬੇਬੇ ਜੀ ਦੇ ਘਰ ਵਿੱਚ ਰਾਤ ਨੂੰ ਬਰਾਜਿਆ ਕਰਦੇ, ਤੇ ਜ਼ਿਆਦਾਤਰ ਮਹਾਰਾਜ ਸਾਹਿਬ ਜੀ ਮੋਦੀਖਾਨੇ ਵਿੱਚ ਹੀ ਬਰਾਤ ਜਾਇਆ ਕਰਦੇ ਆਪਣੇ ਵਿਆਹ ਤੋਂ ਪਹਿਲਾਂ। ਤਾਂ ਗਰੀਬ ਨਵਾਜ ਸਾਹਿਬ ਜੀ ਫਿਰ ਮੋਦੀਖਾਨੇ ਦੇ ਵਿੱਚੋਂ ਜਾਂਦੇ ਹਨ ਵੇਈ ਨਦੀ ਵਿੱਚ ਰੋਜ਼ ਇਸ਼ਨਾਨ ਕਰਨ ਵਾਸਤੇ। ਉਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਨਦੀਆਂ ਤੇ ਦਰਿਆਵਾਂ ਵਿੱਚ ਹੀ ਇਸ਼ਨਾਨ ਕੀਤੇ ਜਾਂਦੇ ਸੀ, ਜਾਂ ਖੂਹਾਂ ਤੇ ਇਸ਼ਨਾਨ ਕੀਤੇ ਜਾਂਦੇ ਸੀ। ਅੱਜ ਵਰਗਾ ਸਮਾਂ ਨਹੀਂ ਸੀ।
ਤੇ ਲੋਕ ਉਹਨਾਂ ਸਮਿਆਂ ਦੇ ਵਿੱਚ ਨਦੀਆਂ ਤੇ ਦਰਿਆਵਾਂ ਨੂੰ ਦੇਵਤੇ ਕਰਕੇ ਪੂਜਦੇ ਸੀ, ਸਤਿਕਾਰਦੇ ਸੀ। ਤੇ ਮਾੜੀ ਗੱਲ ਨਹੀਂ ਸੀ ਹੈਗੀ। ਅਸੀਂ ਕਈ ਵਾਰੀ ਕਹਿ ਦਿੰਦੇ ਆ ਵੀ ਇਹ ਕਰਮ ਕਾਂਡ ਹੈ, ਇਹ ਮਾੜੀ ਗੱਲ ਹੈ, ਪਰ ਉਹਨਾਂ ਨੇ ਉਸ ਤਰੀਕੇ ਨਾਲ ਨਦੀਆਂ ਤੇ ਦਰਿਆਵਾਂ ਦੇ ਜਲ ਨੂੰ ਸਾਫ਼ ਰੱਖਿਆ ਸੀ, ਪਵਿੱਤਰ ਰੱਖਿਆ ਸੀ। ਸਤਿਕਾਰ ਕਰਦੇ ਸਨ ਲੋਕ ਨਦੀਆਂ ਤੇ ਦਰਿਆਵਾਂ ਦਾ, ਦਰਖਤਾਂ ਦਾ ਵੀ ਕਰਦੇ ਸੀ ਕਦੇ ਸਮੇਂ। ਜਿਵੇਂ ਆ ਪਿੱਪਲਾਂ ਨੂੰ ਪਿੱਪਲ ਦੀ ਪੂਜਾ ਨਹੀਂ ਸੀ ਉਹ ਕੀਤੀ ਜਾਂਦੀ। ਪਿੱਪਲ ਇੱਕ ਵਧੀਆ ਰੁੱਖ ਜਾਣ ਕਰਕੇ ਉਹਦਾ ਜਿਵੇਂ ਆ ਪਿੱਪਲ ਦੀ ਪੂਜਾ ਨਹੀਂ ਸੀ ਉਹ ਕੀਤੀ ਜਾਂਦੀ। ਪਿੱਪਲ ਇੱਕ ਵਧੀਆ ਰੁੱਖ ਜਾਣ ਕਰਕੇ ਉਹਦਾ ਵਾਸਤੇ ਤਰੀਕਾ ਵਰਤਿਆ ਗਿਆ ਸੀ। ਪੀਤਾ ਸੀ ਇਹ ਜਲ ਜਿਹੜਾ ਇਹਦੇ 'ਚ ਇਸ਼ਨਾਨ ਕੀਤਾ ਜਾਂਦਾ ਸੀ, ਜਲ ਕੱਢ ਕੇ ਫਿਰ ਕੱਪੜੇ ਧੋਤੇ ਜਾਂਦੇ ਸਨ। ਤਾਂ ਇਸ ਵੇਈ ਨਦੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰੋਜ਼ ਇਸ਼ਨਾਨ ਕਰਨ ਵਾਸਤੇ ਜਾਂਦੇ। ਜਿੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਬਣਿਆ ਹੋਇਆ, ਸੋਭਾ ਪਾਉਂਦਾ ਹੈ। ਗਰੀਬ ਨਵਾਜ ਸਾਹਿਬ ਜੀ ਮਹਾਰਾਜ ਇੱਥੇ ਜਾਇਆ ਕਰਦੇ। ਭਾਈ ਬਾਲਾ ਜੀ ਵੀ ਮਹਾਰਾਜ ਦੇ ਨਾਲ ਜਾਂਦੇ। ਹੋਰ ਵੀ ਸਿੱਖ ਸ਼ਰਧਾਲੂ ਜਿਹੜੇ ਗਰੀਬ ਨਵਾਜ ਸਾਹਿਬ ਜੀ ਦੇ, ਜਿਵੇਂ ਭਾਈ ਭਗੀਰਥ ਜੀ ਮਲਸੀਆਂ ਦੇ ਚੌਧਰੀ ਸੀ, ਪਹਿਲਾਂ ਕਾਲੀ ਦੇਵੀ ਦੇ ਉਪਾਸ਼ਕ ਸੀ, ਫਿਰ ਗੁਰੂ ਸਾਹਿਬ ਜੀ ਦੇ ਸਿੱਖ ਬਣ ਗਏ ਸੀ। ਆ ਕਰਕੇ ਉਹਨਾਂ ਨੇ ਦਾਤਨ ਮਹਾਰਾਜ ਸਾਹਿਬ ਜੀ ਵਾਸਤੇ ਲਿਆਉਣੀ, ਹੋਰ ਵੀ ਸੇਵਾ ਕਰਨੀ। ਰੋਜ਼ ਅੰਮ੍ਰਿਤ ਵੇਲੇ ਦਾਤਨ ਕਰਕੇ ਵੇਈ ਨਦੀ ਦੇ ਕੰਢੇ ਤੇ, ਫਿਰ ਵੇਈ ਨਦੀ ਵਿੱਚ ਬਾਬਾ ਜੀ ਨੇ ਇਸ਼ਨਾਨ ਕਰਨਾ। ਇਸ਼ਨਾਨ ਤੋਂ ਬਾਅਦ ਫਿਰ ਕੰਢੇ ਤੇ ਹੀ ਮਹਾਰਾਜ ਚੌਂਕੜਾ ਲਾ ਕੇ ਬੈਠ ਜਾਇਆ ਕਰਦੇ ਗਰੀਬ ਨਵਾਜ ਸਾਹਿਬ। ਹੁਣ ਇੱਕ ਦਿਨ ਭਾਈ ਭਗੀਰਥ ਜੀ ਬੇਰੀ ਦੀ ਦਾਤਨ ਲੈ ਕੇ ਆਏ। ਸਤਿਗੁਰੂ ਜੀ ਨੇ ਉਹ ਦਾਤਨ ਕੀਤੀ ਤੇ ਕੰਢੇ ਉੱਤੇ ਗੱਡ ਦਿੱਤੀ, ਤੇ ਉਹੀ ਦਾਤਨ ਜਿਹੜੀ ਗੱਡੀ ਹੋਈ ਫਿਰ ਬੇਰ ਸਾਹਿਬ ਬਣੀ ਹੈ। ਇਹ ਮਹਾਰਾਜ ਨੇ ਦਾਤਨ ਕਰਕੇ ਗੱਡੀ ਹੈ, ਤਾਂ ਸਾਧ ਸੰਗਤ ਜੀ ਇਹ ਬੇਰੀ ਹਰੀ ਭਰੀ ਹੋਈ, ਤੇ ਫਿਰ ਇਹ ਬੇਰੀ ਦਾ ਸੋਹਣਾ ਰੁੱਖ ਬਣਿਆ, ਦਰਖਤ ਬਣਿਆ। ਉਸੇ ਬੇਰੀ ਦੇ ਨਾਮ ਉੱਤੇ ਗੁਰੂ ਕਾ ਦਰਬਾਰ ਬਣਿਆ, ਜਿਸ ਦਰਬਾਰ ਦਾ ਨਾਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਰੱਖਿਆ ਗਿਆ। ਇੱਕ ਗੁਰਮੁਖ ਨੇ ਉਸ ਬੇਰੀ ਸਾਹਿਬ ਦੇ ਸੰਬੰਧ ਵਿੱਚ ਬੜਾ ਸੋਹਣਾ ਲਿਖਿਆ ਹੈ। ਉਹ ਗੁਰਮੁਖ ਦੀ ਭਾਵਨਾ ਹੈ। ਤੇ ਕਵੀ ਜਿਹੜੇ ਉਹ ਆਪਣੀ ਕਵਿਤਾ ਦੇ ਵਿੱਚ ਦਰਖਤਾਂ ਮੇਰੇ ਜਿਹੀਆਂ ਬੇਰੀਆਂ ਬਥੇਰੀਆਂ ਸੀ ਜਾਗੇ ਉੱਤੇ, ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜ਼ਦੀਕ ਹੈ। ਵੀ ਬੇਰੀ ਆਖਦੀ ਆ ਮੇਰੇ ਆਣ ਦੀਆਂ ਮੇਰੇ ਵਰਗੀਆਂ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਕਈ ਬੇਰੀਆਂ ਸੀ ਉਸ ਵੇਲੇ, ਤੇ ਉਹਨਾਂ ਦੇ ਹੁਣ ਨਿਸ਼ਾਨ ਵੀ ਨਹੀਂ ਲੱਭਦੇ। ਦੂਰ ਨੇੜੇ ਕਿਤੇ ਉਹਨਾਂ ਦੀ ਨਿਸ਼ਾਨੀ ਵੀ ਨਹੀਂ ਲੱਭਦੀ। ਕਿਉਂ ਨਹੀਂ ਲੱਭਦੀ? ਮੇਰੇ ਜਿਹੀਆਂ ਬੇਰੀਆਂ ਬਥੇਰੀਆਂ ਸੀ ਜਾਗੇ ਉੱਤੇ, ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜ਼ਦੀਕ ਹੈ। ਕੋਲੇ ਹੋ ਕੇ ਸੜ ਗਈਆਂ, ਬੁੱਢੀਆਂ ਹੋ ਮਰ ਗਈਆਂ, ਬੱਕਰੀਆਂ ਚਰ ਗਈਆਂ, ਬਚਨ ਇਹ ਠੀਕ ਹੈ। ਕਈਆਂ ਨੂੰ ਲੋਕਾਂ ਨੇ ਵੱਢ ਕੇ ਬਾਲਣ ਬਣਾ ਕੇ ਸਾੜ ਫੂਕ ਦਿੱਤਾ। ਕਈ ਉਮਰ ਭੋਗ ਕੇ ਬੁੱਢੀਆਂ ਹੋ ਕੇ ਮਰ ਗਈਆਂ ਮੇਰੇ ਹਾਣ ਦੀਆਂ। ਕਈਆਂ ਨੂੰ ਬੱਕਰੀਆਂ ਨੇ ਖਾ ਲਿਆ। ਕੋਲੇ ਹੋ ਸੜ ਗਈਆਂ, ਬੁੱਢੀਆਂ ਹੋ ਮਰ ਗਈਆਂ, ਬੱਕਰੀਆਂ ਚਰ ਗਈਆਂ, ਬਚਨ ਇਹ ਠੀਕ ਹੈ। ਤੇ ਉਹ ਕਹਿੰਦੀ ਹੈ ਮੈਂ ਹਰੀ ਭਰੀ ਸਤਿਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 500 ਤੋਂ ਵਧੇਕ ਹੈ। ਮੈਂ ਹਰੀ ਭਰੀਆਂ ਤੇ ਸਤਿਕਾਰਯੋਗ ਵਾਂ ਸੁਲਤਾਨਪੁਰ ਸ਼ਹਿਰ ਦੇ ਵਿੱਚ, ਤੇ 500 ਸਾਲ ਤੋਂ ਵਧੇਕ ਸਮਾਂ ਹੋ ਗਿਆ ਮੈਨੂੰ। 500 ਸਾਲ ਤੋਂ ਵੱਧ ਸਮਾਂ ਵਰਾ ਹੋਇਆ ਮੈਨੂੰ 500 ਸਤਿਕਾਰਯੋਗ ਵਾਂ ਸੁਲਤਾਨਪੁਰ ਸ਼ਹਿਰ ਦੇ ਵਿੱਚ, ਤੇ 500 ਸਾਲ ਤੋਂ ਵਧੇਕ ਸਮਾਂ ਹੋ ਗਿਆ ਮੈਨੂੰ। 500 ਸਾਲ ਤੋਂ ਵੱਧ ਸਮਾਂ
ठीक है ते कहंदी मैं हरी भरी पता क्यों ਅਸੀਂ ਅਕਾਲ ਪੁਰਖ ਦੇ ਪੁਜਾਰੀ ਹਾਂ, ਅਸੀਂ ਸ਼ਬਦ ਦੇ ਪੁਜਾਰੀ ਹਾਂ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਇਹ ਗੁਰੂ ਨਾਨਕ ਸਾਹਿਬ ਦੀ ਸੰਗਤ ਨੂੰ ਪਤਾ ਹੈ, ਸਮਝ ਹੈ। ਤੇ ਸੰਗਤ ਮੇਰਾ ਸਤਿਕਾਰ ਕਿਉਂ ਕਰਦੀ? ਉਹ ਕਹਿੰਦੀ ਸਤਿਕਾਰ ਮੇਰਾ ਨਹੀਂ, ਮੇਰੇ ਥਾਣੀ ਜਿਨਨੇ ਮੇਰੀ ਦਾਤਨ ਕੀਤੀ ਸੀ ਉਹਦਾ ਸਤਿਕਾਰ ਕਰਦੀਆਂ ਸੰਗਤਾਂ। ਜਿਸ ਨੇ ਦਾਤਨ ਕਰਕੇ ਮੈਨੂੰ ਗੱਡਿਆ ਤੇ ਮੈਂ ਦਾਤਨ ਤੋਂ ਦਰਖਤ ਦਾ ਰੂਪ ਧਾਰਨ ਕਰ ਗਈ, ਸੰਗਤਾਂ ਉਸ ਬਾਬਾ ਜੀ ਦੇ ਸਤਿਕਾਰ ਕਰਦੀਆਂ। ਮੈਂ ਹਰੀ ਭਰੀ ਸਤਿਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 500 ਤੋਂ ਵਧੇਕ ਹੈ। ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ, ਦੇਵ ਦਾ ਉਗਾਹੀ ਪੱਤ ਪੱਤ ਮੇਰਾ ਠੀਕ ਹੈ। ਮੇਰਾ ਪੱਤਾ ਪੱਤਾ ਹਰਿਆ ਭਰਿਆ ਤੇ ਠੀਕ ਠਾਕ ਹੈ। ਇਹ ਉਗਾਈ ਦੇ ਰਿਹਾ ਹੈ ਕਿ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਸ਼ੋਭ ਪ੍ਰਾਪਤ ਹੋਈ ਤੇ ਮੈਂ ਇੱਕ ਦਾਤਨ ਤੋਂ ਦਰਖਤ ਦਾ ਰੂਪ ਧਾਰਨ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ। ਔਰ ਜਿਸ ਦਿਨ ਗਰੀਬ ਨਵਾਜ ਸਾਹਿਬ ਜੀ ਨੇ ਇਹ ਦਾਤਨ ਕਰਕੇ ਗੱਡੀ ਤੇ ਫਿਰ ਵੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਮਹਾਰਾਜ ਜੀ ਪ੍ਰਵੇਸ਼ ਕੀਤਾ, ਉਸ ਦਿਨ ਹੁਣ ਬਾਹਰ ਨਹੀਂ ਨਿਕਲੇ ਗੁਰੂ ਨਾਨਕ ਸਾਹਿਬ ਇਸ਼ਨਾਨ ਕਰਕੇ। ਜਿਸ ਦਿਨ ਇਹ ਬੇਰੀ ਦੀ ਦਾਤਨ ਗੱਡੀ ਸੀ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ, ਉਹ ਕਹਿੰਦੇ ਆਪਣ ਤੇ ਚੱਲ ਨੀਰ ਕੇ ਤੀਰ ਪੈ ਦੰਤਨ ਧਾਵਣ ਆਣ ਕਰੀ। ਆਪਣ ਕਹਿੰਦੇ ਆ ਮੋਦੀ ਖਾਨੇ ਨੂੰ। ਉਥੋਂ ਚੱਲ ਕੇ ਵੇਈ ਨਦੀ ਤੇ ਕੰਢੇ ਤੇ ਆ ਕੇ ਬਾਬਾ ਜੀ ਨੇ ਜਦੋਂ ਦਾਤਨ ਕੀਤੀ, ਆਪਣ ਤੇ ਚੱਲ ਨੀਰ ਕੇ ਤੀਰ ਪੈ ਦੰਤਨ ਧਾਵਣ ਆਣ ਕਰੀ। ਗਾਟ ਦਈ ਧਾਰ ਹੋਤ ਭਇਓ ਤਾਰ, ਹੈ ਅਬਲੋ ਬਾਰ ਸੋ ਬਦਰੀ। ਫਿਰ ਉਹ ਧਰਤੀ 'ਚ ਕੱਢੇ, ਉਹਦਾ ਦਰਖਤ ਬਣਿਆ ਤੇ ਹੁਣ ਤੀਕ ਉਹ ਬੇਰੀ ਸਾਹਿਬ ਸੋਭਾ ਪਾਉਂਦੀ। ਫਿਰ ਉਸ ਦਿਨ ਮਹਾਰਾਜ ਸਾਹਿਬ ਵੇਈ ਨਦੀ 'ਚ ਇਸ਼ਨਾਨ ਕਰਨ ਵਾਸਤੇ ਪ੍ਰਵੇਸ਼ ਕੀਤਾ ਤੇ ਗਰੀਬ ਨਵਾਜ ਸਾਹਿਬ ਬਾਹਰ ਨਹੀਂ ਨਿਕਲੇ, ਵਿੱਚੇ ਹੀ ਚੁੱਭੀ ਲਾ ਲਈ ਹੈ। ਸਿੱਖ ਵੇਖਦਾ ਰਿਹਾ, ਦਿਨ ਚੜ ਗਿਆ, ਮਹਾਰਾਜ ਬਾਹਰ ਨਹੀਂ ਆਏ। ਰੌਲਾ ਪੈ ਗਿਆ ਸਾਰੇ ਸੁਲਤਾਨਪੁਰ ਸ਼ਹਿਰ ਦੇ ਵਿੱਚ ਵੀ ਬਾਬਾ ਜੀ ਅੱਜ ਵੇਈ ਨਦੀ ਚੋਂ ਬਾਹਰ ਨਹੀਂ ਆਏ। ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ। ਕਈਆਂ ਨੇ ਬੇਬੇ ਨਾਨਕੀ ਜੀ ਨੂੰ ਆ ਕੇ ਆਖਿਆ ਕਿ ਬੇਬੇ ਜੀ ਤੇਰਾ ਵੀਰ ਅੱਜ ਵੇਈ ਵਿੱਚ ਡੁੱਬ ਗਿਆ ਹੈ। ਉਹਨੇ ਆਖਿਆ ਨਾ ਭੈਣੋ ਇਹ ਗੱਲ ਨਾ ਆਖੋ, ਉਹ ਤਾਂ ਡੁੱਬਿਆਂ ਨੂੰ ਤਾਰਨ ਆਇਆ ਹੈ, ਉਹ ਤਾਂ ਡੁੱਬਿਆਂ ਨੂੰ ਤਾਰਨ ਆਇਆ। ਕਈਆਂ ਨੇ ਦੌਲਤ ਖਾਂ ਲੋਧੀ ਕੋਲੇ ਜਾ ਕੇ ਆਖਿਆ, ਉਹਨੇ ਵੇਈ ਵਿੱਚ ਜਾਲ ਵੀ ਪਵਾਏ, ਪਰ ਵਿੱਚੋਂ ਕਿੱਥੋਂ ਮਹਾਰਾਜ ਮਿਲਨੇ ਸੀ। ਪੂਰਾ ਦਿਨ ਲੰਘ ਗਿਆ, ਅਗਲਾ ਦਿਨ ਵੀ ਲੰਘ ਗਿਆ, ਤੀਜਾ ਦਿਨ ਆ ਗਿਆ ਤੇ ਤੀਜੇ ਦਿਨ ਉਸ ਥਾਂ ਤੋਂ ਪ੍ਰਗਟ ਹੋਏ ਆ ਜਿੱਧਰੋਂ ਪਾਣੀ ਆ ਰਿਹਾ ਸੀ, ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸੋਭਾ ਪਾਉਂਦਾ। ਉਥੋਂ ਮਹਾਰਾਜ ਵੇਈ ਚੋਂ ਬਾਹਰ ਆਏ, ਆ ਕੇ ਸ਼ਮਸ਼ਾਨ ਘਾਟ ਵਿੱਚ ਜਿੱਥੇ ਕਬਰਾਂ ਬਣੀਆਂ ਹੋਈਆਂ ਸੀ ਉਹਨਾਂ 'ਚ ਆ ਕੇ ਚੌਂਕੜਾ ਲਾਇਆ। ਉੱਥੇ ਲੋਕ ਇਕੱਠੇ ਹੋਏ। ਫਿਰ ਜਦੋਂ ਪੁੱਛਿਆ ਕਿ ਮਹਾਰਾਜ ਆਪ ਜੀ 3 ਦਿਨ ਕਿੱਥੇ ਰਹੇ ਹੋ, ਕਿੱਥੋਂ ਆਏ ਹੋ, ਤੇ ਗਰੀਬ ਨਵਾਜ ਨੇ ਆਖਿਆ ਸੀ ਸੱਚਖੰਡ ਗਏ ਸਾਂ, ਸੱਚਖੰਡ ਚੋਂ ਆਏ ਆ। ਕਿਸੇ ਨੂੰ ਕੀ ਪਤਾ ਲੱਗਣਾ ਸੀ ਬਾਬਾ ਜੀ ਕਿੱਥੋਂ ਆਏ? ਗੁਰੂ ਸਾਹਿਬ ਨੇ ਦੱਸਿਆ ਤੇ ਤਾਂ ਪਤਾ ਲੱਗਾ। ਆਖਿਆ ਸੀ ਨਿਰੰਕਾਰ ਦੇ ਪਾਸ ਗਏ ਸਾਂ, ਸੱਚਖੰਡ ਗਏ ਸਾਂ, ਸੱਚਖੰਡ ਚੋਂ ਆਏ ਆ ਤੇ ਆ ਮੂਲ ਮੰਤਰ ਲੈ ਕੇ ਆਏ ਆ। ਫਿਰ ਮੂਲ ਮੰਤਰ ਦ੍ਰਿੜ ਕਰਾਇਆ, ਸਾਰਿਆਂ ਨੂੰ ਜਪਾਇਆ। ਬਾਬਾ ਜੀ ਨੇ ਅੱਗੇ ਬੋਲ ਕੇ ਆਖਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਮੂਲ ਮੰਤਰ ਦੀ ਮਹਾਰਾਜ ਨੇ ਬਖਸ਼ਿਸ਼ ਕੀਤੀ। ਔਰ ਵਾਹਿਗੁਰੂ ਵਾਹਿਗੁਰੂ
ਦੀ ਬਖਸ਼ਿਸ਼ ਕੀਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹੈ ਜਦੋਂ ਬਾਬਾ ਜੀ ਚੌਹਾਂ ਚੱਕਾਂ ਨੂੰ ਤਾਰਿਆ ਨਾ, ਤੇ ਕਈਆਂ ਦਰਖਤਾਂ ਦੇ ਹੇਠਾਂ ਬੈਠੇ ਕੀਰਤਨ ਕੀਤਾ ਮਹਾਰਾਜ ਦੇ ਨਾਲ। ਭਾਈ ਬਾਲਾ ਜੀ ਚੌਰ ਬਰਦਾਰ, ਭਾਈ ਮਰਦਾਨਾ ਜੀ ਰਬਾਬੀ ਤੇ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਕਈ ਕੌਤਕ ਕੀਤੇ। ਉਹ ਗੁਰਮੁਖ ਲਿਖਦਾ ਹੈ, ਬੇਰੀ ਹੇਠ ਬੈਠੇ ਗੁਰੂ ਬੇਰੀ ਭੀ ਨਿਹਾਲ ਹੋਈ। ਇਹ ਤਾਂ ਦਾਤਨ ਕਰਕੇ ਲਾਈ, ਹੋਰ ਕਈ ਮਹਾਰਾਜ ਦੀ ਸ਼ੋਅ ਪ੍ਰਾਪਤ ਦਰਖਤ ਵਾ। ਸਿਆਲਕੋਟ ਵਿੱਚ 2 ਬੇਰੀਆਂ ਜਿਨ੍ਹਾਂ ਹੇਠ ਬੈਠ ਕੇ ਬਾਬਾ ਜੀ ਨੇ ਕੀਰਤਨ ਕੀਤਾ। ਬੇਰੀ ਹੇਠ ਬੈਠੇ ਗੁਰੂ ਬੇਰੀ ਭੀ ਨਿਹਾਲ ਹੋਈ, ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਵਦਾ। ਅੱਜ ਵੀ ਮਿੱਠੇ ਫਲ ਦਿੰਦਾ, ਨਹੀਂ ਤੇ ਰੀਠੇ ਨੂੰ ਮਿੱਠੇ ਫਲ ਨਹੀਂ ਲੱਗਦੇ, ਕੌੜੇ ਹੀ ਹੁੰਦੇ, ਪਰ ਉਹ ਛੁਹਾਰਿਆਂ ਵਰਗੇ। ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਵਦਾ, ਅੱਕਾਂ ਦੀਆਂ ਖੱਖੜੀਆਂ ਵੇਖ ਕੇ ਨਿਹਾਲ ਹੋਈਆਂ, ਅੰਬ ਤੇ ਅਨਾਰ ਨੂੰ ਮਰਦਾਨਾ ਤੋੜ ਖਾਵਦਾ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਭੁੱਖ ਬੜੀ ਲੱਗੀ, ਜੰਗਲ 'ਚ ਤੁਰੇ ਜਾਂਦੇ ਆ। ਮਹਾਰਾਜ ਕਹਿੰਦੇ ਵੀ ਅੱਕ ਦੀਆਂ ਖੱਖੜੀਆਂ ਤੋੜ ਕੇ ਛਕ ਲਾ। ਮਹਾਰਾਜ ਇਹ ਤਾਂ ਕੌੜੀਆਂ ਹੁੰਦੀਆਂ, ਸਤਿਗੁਰੂ ਕਹਿੰਦੇ ਅਸੀਂ ਤੈਨੂੰ ਕਹਿੰਨੇ ਛਕ ਲਾ। ਜਦੋਂ ਤੋੜ ਕੇ ਖਾਧੇ ਆਖਿਆ ਗਰੀਬ ਨਵਾਜ, ਇਹ ਤੇ ਅੰਬਾਂ ਵਰਗੀਆਂ ਮਿੱਠੀਆਂ, ਇਹ ਤੇ ਅਨਾਰਾਂ ਵਰਗੀਆਂ ਮਿੱਠੀਆਂ। ਅੰਬ ਤੇ ਅਨਾਰ ਨੂੰ ਮਰਦਾਨਾ ਤੋੜ ਖਾਵਦਾ, ਕਿਕਰਾਂ ਤੋਂ ਮਠਿਆਈਆਂ ਚੜਵਾਈਆਂ ਮੇਰੇ ਸਤਿਗੁਰਾਂ, ਖਾਰਾ ਜਲ ਚਰਨ ਛੋਏ ਮਿੱਠਾ ਹੋਏ ਜਾਵਦਾ। ਪਸ਼ੂ ਪੰਛੀ ਰਾਖਸ਼ ਵੀ ਤਾਰੇ ਮੇਰੇ ਸਤਿਗੁਰਾਂ, ਬੰਦਾ ਕਿਉਂ ਨਾ ਤਰੇ ਜਿਹੜਾ ਗੁਰੂ ਸ਼ਰਨ ਆਵਦਾ। ਬੰਦਾ ਕਿਉਂ ਨਾ ਤਰੇ ਜਿਹੜਾ ਗੁਰੂ ਸ਼ਰਨ ਆਵਦਾ। ਜਗਤ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਰਬੱਤ ਗੁਰੂ ਦੀਆਂ ਸੰਗਤਾਂ ਨੂੰ। ਬੇਬੇ ਨਾਨਕੀ ਜੀ ਦਾ ਪਵਿੱਤਰ ਸਥਾਨ, ਜਿੱਥੇ ਅੱਜ ਪਹਿਲੇ ਦਿਨ ਦੇ ਦੀਵਾਨ ਦੀ ਆਰੰਭਤਾ ਹੋਈ ਹੈ। ਗੁਰਮੁਖ ਪਿਆਰੇ ਕਵੀਸ਼ਰ ਸਿੰਘ ਜਿਨ੍ਹਾਂ ਨੇ ਸਮੇਂ-ਸਮੇਂ ਗੁਰੂ ਕਾ ਜਸ ਗੁਰੂ ਕੀਆਂ ਸੰਗਤਾਂ ਨੂੰ ਸੁਣਾਉਣਾ ਹੈ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਆਪ ਜੀ ਨੇ ਸੱਜ ਕੇ ਅਗਲਾ ਪ੍ਰੋਗਰਾਮ ਸਰਵਣ ਕਰਨਾ। ਗੁਰੂ ਕਾ ਜਸ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕਰਨਾ। ਸਭ ਦਾ ਧੰਨਵਾਦ ਸਾਰਿਆਂ ਗੁਰਮੁਖ ਪਿਆਰਿਆਂ ਦਾ। ਔਰ ਸਟੇਜ ਦੀ ਸੇਵਾ ਨਿਭਾ ਰਹੇ ਭਾਈ ਦਿਲਬਾਗ ਸਿੰਘ ਜੀ, ਉਹਨਾਂ ਦਾ ਵੀ ਧੰਨਵਾਦ ਹੈ ਜੋ ਸਾਰੇ ਜਥਿਆਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਸਮਾਂ ਦੇ ਕਰਕੇ ਨਿਵਾਜਦੇ ਹਨ। ਸਤ ਵਚਨ। ਸੋ ਹੁਣ ਪੰਥਕ ਕਵੀਸ਼ਰ ਜਥਾ ਭਾਈ ਰਣਜੀਤ ਸਿੰਘ ਜੀ ਚੋਲਾ ਸਾਹਿਬ ਵਾਲੇ, ਜਿਨ੍ਹਾਂ ਦਾ ਬਹੁਤ ਸਾਧ ਸੰਗਤ ਜੀ ਪਿਆਰਾ ਜਥਾ ਹੈ। ਗੁਰਮੁਖ ਪਿਆਰੇ 1 ਘੰਟੇ ਵਾਸਤੇ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਜਸ ਦੇ ਨਾਲ ਜੋੜ ਕੇ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਨੇ ਭਾਈ ਰਣਜੀਤ ਸਿੰਘ ਚੋਲਾ ਸਾਹਿਬ ਦੇ ਜਥੇ ਤੋਂ ਗੁਰੂ ਕਾ ਜਸ ਸਰਵਣ ਕਰਨਾ ਜੀ। ਦਾਸ ਨੂੰ ਫਤਿਹ ਗਜਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।